ਸੇ ਭੀ ਸਚ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ। ਜਗਮਗ ਜੋਤ ਵਿਰਾਜੇ ਸ੍ਰੀ ਗੁਰੂ ਗ੍ਰੰਥ ਮਦਾਰ। ਪੂਰਨ ਦੇਖਿਓ ਆਤਮਾ ਗਵੈ ਸਰਬ ਨਿਵਾਰ। ਏ ਸ਼ਾਂਤ ਮਨ ਸੰਤ ਜੇ ਪਦਨ ਮੋਹ ਮਾਨ। ਮੋਹ ਗੋਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਦਰ ਰਖੈ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਝ ਹਮਾਰੇ ਵਰਨ ਸਕੈ ਮਹਿਮਾ ਜੋ ਤਿਹਾਰੀ। हम ना सगत कर सिहत तुम्हारी आप ले हो तुम कथा सुधारी। सो कहो तल गुल सेविए अहनिस सहज सुभाए। दर्शन परसे गुरु का जन्म मरण दुख जाय। दर्शन परसे गुरु के जन्म मरण दुख जाय। सतनाम श्री वाहिगुरु साहिब जी। ਜੈਤ ਸਰੀ ਮਹੱਲਾ ਪੰਜਵਾ। ਵਾਰ ਸਲੋਕਾ ਨਾਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਸਿਮਰੰਤ ਸੰਤ ਸਰਬਤਰ ਰਮਣ। ਨਾਨਕ ਅਗ ਨਾਸਨ ਜਗਦੀਸ਼ੁਰ ਹੈ। ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਸਿਮਰੰਤ ਸੰਤ ਸਰਬਤਰ ਰਮਣ। ਨਾਨਕ ਅਗ ਨਾਸਨ ਜਗਦੀਸ਼ੁਰ ਹੈ। ਦੇਖਨ ਸੁਨਨ ਸੁਨਾਵਨ ਮਨ ਮਹਿ ਦ੍ਰਿੜੀਐ ਸਾਚ। ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਜ। ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਕਾਰਨ ਕਾਰਨ ਸਮਰਾਟ ਪ੍ਰਭ ਜੋ ਕਰੇ ਸੋ ਹੋਈ। ਇਨ ਮਹਿ ਥਾਪ ਥਾਪਦਾ ਇਸ ਦਿਨ ਨਹੀਂ ਕੋਈ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤਿਓ। ਆਪ ਸਰਬੱਤ ਸੰਗਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਦੇ ਨਾਲ ਸੁਸ਼ੋਭਿਤ ਗੁਰਦੁਆਰਾ ਸ਼੍ਰੀ ਤੇਗ ਬਹਾਦਰ ਸਾਹਿਬ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਵਿੱਚ ਪਹੁੰਚੇ। ਕੀਰਤਨ ਹੋਇਆ ਹੈ ਉਸ ਤੋਂ ਗ੍ਰੰਥ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਰੂਪ ਦੇ ਅੰਦਰ ਸ਼ਬਦ ਆਇਆ ਹੈ। ਪਹਿਲਾਂ ਵੀ ਆਪ ਜੀ ਦੀ ਕਥਾ ਸੁਣ ਚੁੱਕੇ ਹਾਂ, ਵਿਸਥਾਰ ਦੇ ਨਾਲ ਸੁਣ ਚੁੱਕੇ ਹਾਂ। तो उस मुखवाक्ति के विजय राम पंडित आਉਂਦਾ ਹੈ, ਕਾਂਸ਼ੀ ਦਾ ਪੜ੍ਹਿਆ ਹੈ, ਉਹ ਆ ਕੇ ਸਤਿਗੁਰਾਂ ਨੂੰ ਬੇਨਤੀ ਕਰਦੇ ਨੇ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਨੀਠ। ਉਦੋਂ ਵੀ ਦੂਰ ਸਵਾਈ ਸ਼ੋਭਾ ਦੇਖੀ, ਬੇਨਤੀ ਕੀਤੀ ਗਰੀਬ ਨਵਾਜ਼। ਸਾਡੇ ਤਾਂ ਹਿੰਦੂ ਧਰਮ ਦੇ ਅੰਦਰ ਵਰਨਾਂ ਦੇ ਹਿਸਾਬ ਸੇ सूद कौर पात्र मंत्र
जमन की और मरण की जो अपवित्रता है ये जातां के आधार से वर्णों के आधार शूद्र मर जाए या जमे तो उसका जिहड़ा सूतक पात वो 30 दिन है, बैस का 17 दिन है, छतरी का 13 दिन है, ब्राह्मण का 12 दिन है। ये असीं ऐसा करते हैं। दूसरा जिहड़ा प्राणी चढ़ाई कर जाते ਉਹਦੇ ਭਲੇ ਨਿमित्त ਗਰੜ ਪ੍ਰਾਣ ਦੀ कथा करते हैं, पाठ करते। ਤੁਹਾਡੇ धर्म ਦੇ ਵਿੱਚ ऐसा है। ਤੁਹਾਡੇ ਸਿੱਖਾਂ ਦੀ ਕਲਿਆਣ ਕਿਵੇਂ ਹੋਏ? ਮਹਾਰਾਜ ਸਾਹਿਬ ਜੀ ਨੇ ਉਹਨੂੰ ਉੱਤਰ ਦਿੱਤਾ कि भाई तुसीं ਇੱਕੋ ਮਨੁੱਖ ਨੂੰ 4 ਥਾਂ ਤੇ ਵੰਡ ਲਿਆ, ਅਸੀਂ ਤਾਂ 4 ਵਰਨਾਂ ਨੂੰ ਇੱਕ ਥਾਂ ਤੇ ਲਾਇਆ। खत्री ब्राह्मण सोध बैस उपदेश 4 वरना को समझो। गुरु नानक की बाणी तो बड़ा कोई प्राण नहीं हो सकता। ये अकाल को बाणी है, बाणी के नाल असीं जोड़ इंतजार करते हैं। बाकी जो तेरा जिहड़ा नेचा है वो अपने धर्म के उत्ते होना भी चाहिए। ਤੇ ਅਸੀਂ ਸਾਰਿਆਂ ਸਿੱਖਾਂ ਨੂੰ ਜਿਹਨੇ ਗੁਰੂ ਨਾਨਕ ਦੀ ਸਿੱਖੀ ਧਾਰਨ ਕਰ ਲਈ ਹੈ ਨਾ, ਉਹ ਅਸੀਂ ਪ੍ਰਾਣੀ ਦੇ ਚੜਾਈ ਕਰਨ ਤੋਂ ਅਸੀਂ ਦੁਸਹਿਰਾ ਮਨਾਉਣ ਦੀ ਆਗਿਆ ਦਿੱਤੀ, ਕਿਉਂਕਿ ਬ੍ਰਾਹਮਣ ਤੋਂ ਵੀ ਪਵਿੱਤਰ ਸਿੱਖਦੇ ਹਾਂ। ਤੁਸੀਂ 12 ਮਨਾਉਂਦੇ, ਅਸੀਂ ਦੁਸਹਿਰਾ ਮਨਾਉਂਦੇ। ਤੇ ਇਹਦੇ ਨਾਲ ਨਾਲ ਫਿਰ ਦੱਸਿਆ ਵੀ ਜੋ ਬਾਣੀ ਹੈ ਇਹ ਬਾਣੀ ਦਾ ਬਹੁਤ ਵੱਡਾ ਪ੍ਰਤਾਪ ਹੈ ਕਿ ਉੱਥੇ ਕਿਸੇ ਦੀ ਪਹੁੰਚ ਨਹੀਂ। ਉੱਥੇ ਬਾਣੀ ਦਾ ਜਿਹੜਾ ਜਾਪ ਕੀਤਾ ਹੋਇਆ ਹੈ ਇਹ ਜੀਵ ਦੀ ਸਹਾਇਤਾ ਕਰਦਾ। ਹੁਣ ਤਾਂ ਪਹੁੰਚ ਨਹੀਂ ਸਕਦਾ, ਵਸਤਰ ਦਾਨ ਕਰਦੇ ਹੋ ਉਹ ਵੀ ਇੱਥੇ ਰਹਿ ਜਾਣਗੇ। ਜਿਹਨੇ ਦਾਨ ਕੀਤਾ ਹੈ ਉਹਦਾ ਤਾਂ ਭਲਾ ਹੈ, ਜਿਹਦੇ ਨਿमित्त ਕੀਤਾ ਉਹਨੂੰ ਨਹੀਂ ਮਿਲਣਾ, ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਮਿਲੂਗਾ। ਨਾਮ ਜੀ ਦੇ ਪ੍ਰਥਾਏ ਕੋਈ ਜਪ ਦੇਵੇ ਤੇ ਨਾਮ ਉੱਤੇ ਸਹਾਇਤਾ ਕਰ ਦੇਗਾ। ਬਾਣੀ ਨਾਮ ਨੂੰ ਪੇਸ਼ ਕਰਕੇ ਇਸ ਤੋਂ ਬਾਣੀ ਨਾਲ ਕਹਿੰਦੇ ਜਿਵੇਂ ਕਥਾ ਦੇ ਥਾਂ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਪਾਵਨ ਅੰਮ੍ਰਿਤ ਬਚਨ ਜੈਸਰੀ ਰਾਗੜੀ ਦੇ ਅੰਦਰ ਬਾਰ ਉਚਾਰਨ ਕੀਤੀ ਹੈ। ਬਾਰ ਦਾ ਅਰਥ ਪੌੜੀਆਂ ਹੁੰਦਾ, 20 ਪੌੜੀਆਂ ਇਸ ਵਾਰ ਦੀ। ਮਹਾਰਾਜ ਕਹਿੰਦੇ ਲੋ ਭਾਈ 2 ਪੌੜੀਆਂ ਜਿਹੜੀਆਂ ਯਾਨੀ ਸ਼ਲੋਕ ਮਹੱਲਾ ਤੇ ਪੌੜੀ, ਇੰਨਾ ਇੱਕ ਸ਼ਬਦ ਹੈ। ਇਹ 2 ਸ਼ਬਦਾਂ ਦੀ ਕਥਾ ਹਰ ਰੋਜ਼ ਹੋਣੀ ਚਾਹੀਦੀ ਹੈ ਜਿਹੜਾ ਪ੍ਰਾਣੀ ਚੜਾਈ ਕਰਦਾ। ਤੇ ਤੁਹਾਡੇ ਕਹਿਣ ਦੇ ਮੁਤਾਬਕ ਵੀ ਪਰਲੋਕ ਦਾ ਜਿਹੜਾ ਭੈ ਹੈ ਉਹ ਜਿਹੜੇ ਕਥਾ ਸੁਣਦੇ ਆ ਉਹਨਾਂ ਨੂੰ ਭੈ ਹੁੰਦਾ ਤਾਂ ਉਹ ਗਲਤ ਕੰਮ ਕਰਨ ਤੇ ਹਟ ਜਾਂਦੇ। ਪ੍ਰਾਣੀ ਦੀ ਸਹਾਇਤਾ ਹੁੰਦੀ ਹੈ। ਕਹਿੰਦੇ ਅਸੀਂ ਤਾਂ ਭਾਈ ਬਾਣੀ ਦੁਆਰਾ ਹੀ ਪਰਲੋਕ ਦਾ ਭੈ, ਬਾਣੀ ਦੁਆਰਾ ਹੀ ਉਹ ਭੈ ਦੀ ਨਿਵਰਤੀ ਨਿਰਭਉ ਜਪੈ ਸਗਲ ਭਉ। ਸੋ ਇਸ ਕਰਕੇ ਫਿਰ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਜੀ ਫਿਰ ਆਹ ਜਿਹੜਾ ਤੁਸੀਂ ਸਰੂਪ ਤਿਆਰ ਕਰਨ ਲੱਗੇ ਹੋ ਗੁਰੂ ਗ੍ਰੰਥ ਸਾਹਿਬ ਦਾ, ਇਹਦੀ ਮਹਿਮਾ ਕੀ ਹੈ ਅਤੇ ਪਰਮਾਤਮਾ ਦੀ ਕੀ ਮਹਿਮਾ ਹੈ? ਇਹ ਦੋਨੇ ਸਮੁੱਚੇ ਹੀ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਨੇ। ਸੁਣੋ ਜੀ। ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ ਵਾਰ ਸਲੋਕਾ ਨਾਦ। ਜੈਸਰੀ ਰਾਗੜੀ ਹੈ ਉਚਾਰਨ ਕਰਨ ਵਾਲੇ ਗੁਰੂ ਅਰਜਨ ਦੇਵ ਜੀ। ਬਾਰ ਜਿਹੜੀ ਹੈ, ਬਾਰ ਦੇ ਬਹੁਤ ਅਰਥ ਹਨ। ਬਾਰ ਦਾ ਅਰਥ ਦਰਵਾਜ਼ਾ ਵੀ ਹੁੰਦਾ ਹੈ, ਜਿੱਥੇ ਹੋਰ ਦਰਵਾਜ਼ਾ ਜਿਹੜਾ ਹੈ ਮਕਾਨ ਜਿੰਨਾ ਮਰਜ਼ੀ ਸੁੰਦਰ ਹੋਵੇ, ਜੇ ਦਰਵਾਜ਼ਾ ਨਾ ਹੋਵੇ ਉਹਦੇ ਪ੍ਰਵੇਸ਼ ਨਹੀਂ ਕਰ ਸਕਦਾ। ਮਹਾਰਾਜ ਸਾਹਿਬ ਜੀ ਨੇ
सोए लोग जिहड़े अपने ही लोग है जिकर महल पाओ सुसहजे ਉਹਦਾ ਬਾਰੇ ਦਰਵਾਜ਼ਾ ਰੱਖਿਆ ਜਿਹੜਾ ਗੁਰਬਾਣੀ ਹੈ ਕਿ ਇਹਦੇ ਤੇ ਤੁਸੀਂ ਵਾਹਿਗੁਰੂ ਨੂੰ ਪ੍ਰਾਪਤ ਹੋ ਜਾਂਦੇ ਹੋ। ਇਸ ਕਰਕੇ ਫਿਰ ਇਹਦੇ ਨਾਲ ਇਹ ਵੀ ਲਿਖਿਆ ਹੈ ਕਿ ਕੁਝ ਵਾਰਾਂ ਜਿਹੜੀਆਂ ਨੇ ਸ਼ਲੋਕਾਂ ਤੋਂ ਬਿਨਾਂ ਹੁੰਦੀਆਂ ਨੇ, ਇਹ ਵਾਰ ਸ਼ਲੋਕਾਂ ਦੇ ਨਾਲ ਹੈ, ਮਹੱਲਿਆਂ ਦੇ ਨਾਲ ਹੈ। ਜਿਵੇਂ ਸੱਤੇ ਬਲਵੰਡੀ ਦੀ ਵਾਰ ਹੈ, ਉਹਦੇ ਵਿੱਚ ਸ਼ਲੋਕ ਮਹੱਲੇ ਨਹੀਂ ਹੈ। ਬਸੰਤ ਦੀ ਵਾਰ ਹੈ, ਉਹਦੇ ਵਿੱਚ ਵੀ ਸ਼ਲੋਕ ਮਹੱਲੇ ਨਹੀਂ ਹੈ। ਇਹ ਸੂਚਨਾ ਦਿੱਤੀ ਹੈ ਵੀ ਇਹਦੇ ਨਾਲ ਸ਼ਲੋਕ ਵੀ ਆਉਣਗੇ ਮਹੱਲੇ ਚ। ਹਾਂਜੀ ਬੋਲੋ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਦੁਤੀ ਓੰਕਾਰ ਸਰਬ ਕਾ ਪ੍ਰਕਾਸ਼ ਕੈ ਸਤਨਾਮੁ ਹੈ ਗੁਰ ਚੇਤਨ ਪ੍ਰਸਾਦ ਅਨੰਦ। ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹਦੇ ਵਿਸ਼ੇਸ਼ਣ ਨੇ ਸਾਰੇ। ਇਹ ਸਿੱਧਾ ਨੇ ਬੜੇ ਬੜੇ ਪ੍ਰਸ਼ਨ ਕੀਤੇ ਸੀ ਕਿ ਮਹਾਰਾਜ ਤੁਸੀਂ ਕੂੜੇ ਦੇ ਅੱਗੇ ਏਕਾ ਲਾ ਕੇ ਭੇਦ ਵਿਰੁੱਧ ਬਣਾ ਦਿੱਤਾ। ਜਿਹੜਾ ਮੰਤਰ ਭੇਦ ਵਿਰੁੱਧ ਹੋਵੇ ਉਹਦੇ ਜਪਣ ਦਾ ਫਲ ਨਹੀਂ ਹੁੰਦਾ। ਮਾਰੇ ਕਹਿੰਦੇ ਤੁਹਾਡੇ ਭੇਦ ਦੀ ਆਗਿਆ ਕਿਹਨੂੰ ਹੈ ਜਪਣ ਦੀ? ਪੜ੍ਹਨ ਤੇ ਪੜ੍ਹਾਉਣ ਦੀ। ਕਹਿੰਦੇ ਜੀ ਬ੍ਰਾਹਮਣ ਪੜ੍ਹ ਸਕਦਾ, ਪੜ੍ਹਾ ਸਕਦਾ। ਕਹਿੰਦੇ ਛਤਰੀ ਕਹਿੰਦੇ ਪੜ੍ਹ ਤਾਂ ਸਕਦਾ, ਪੜ੍ਹਾ ਨਹੀਂ ਸਕਦਾ ਨਾ। ਕਹਿੰਦੇ ਵੈਸ਼ ਪੜ੍ਹ ਵੀ ਨਹੀਂ ਸਕਦਾ, ਪੜ੍ਹਾ ਵੀ ਨਹੀਂ ਸਕਦਾ, ਸੁਣ ਸਕਦਾ ਹੈ। ਮਾਰੇ ਕਹਿੰਦੇ ਸ਼ੂਦਰ ਕਹਿੰਦੇ ਜੀ ਸ਼ੂਦਰ ਤਾਂ ਨਾ ਪੜ੍ਹ ਸਕਦਾ ਨਾ ਸੁਣ। ਕਹਿੰਦੇ ਏਡਾ ਵੱਡਾ ਮਨੁੱਖ ਜਾਤੀ ਨਾਲ ਵਿਤਕਰਾ ਕਿਉਂ ਹੈ? ਦੂਸਰੀ ਬਾਤ ਕਹਿੰਦੇ ਚਲੋ ਕਹਿੰਦੇ ਜੀ ਨਹੀਂ ਇਸ ਕਰਕੇ ਹੈ ਉਹ ਪਵਿੱਤਰ ਨਾ, ਉਹ ਐਸਾ ਹੈ ਉਹ ਐਸਾ। ਕਹਿੰਦੇ ਚਲੋ ਛੱਡੋ ਵੀ ਜਿਹੜੀ ਔਰਤ ਹੈ ਉਹਦੇ ਲਈ ਕੀ ਹਾਲਤ ਹੋਣਾ? ਉਹਨੂੰ ਕਿਹੜੀ ਸ਼੍ਰੇਣੀ 'ਚ ਰੱਖਦੇ ਹੋ? ਉਹ ਵੇਦ ਪੜ੍ਹ ਸਕਦੀ ਹੈ, ਪੜ੍ਹਾ ਸਕਦੀ ਹੈ ਗਾਂ? ਇਹ ਤੁਹਾਡੇ ਓਮਕਾਰ ਦਾ ਜਾਪ ਜਪ ਸਕਦੀ? ਕਹਿੰਦੇ ਜੀ ਨਹੀਂ। ਕਹਿੰਦੇ ਕਿਉਂ? ਕਹਿੰਦੇ ਜੀ ਔਰਤ ਅਪਵਿੱਤਰ ਹੈ, ਬ੍ਰਾਹਮਣ ਕਹਿ ਰਿਹਾ। ਮਾਰੇ ਕਹਿੰਦੇ ਹੱਦ ਹੋ ਗਈ, ਜਿਹਨੂੰ ਅਪਵਿੱਤਰ ਦੱਸਦੇ ਹੋ ਉੱਥੋਂ ਹੀ ਜੰਮਿਆ ਤੁਸੀਂ। ਆਕਾਸ਼ ਤੋਂ ਦਾ ਕੋਈ ਬ੍ਰਾਹਮਣ ਮੈਂ ਸੁਣਿਆ ਨਹੀਂ ਜਿਹੜਾ ਕੋਈ ਆਕਾਸ਼ ਤੋਂ ਹੀ ਸਿੱਧਾ ਹੀ ਆਇਆ ਹੋਵੇ ਜਾਂ ਕਿਸੇ ਬਿਰਸ਼ ਦੇ ਨਾਲ ਲੱਗਿਆ ਹੋਵੇ। ਸੋ ਕਿਉਂ ਬੰਦਾ ਆਖੀ ਹੈ ਜਦ ਜੰਮੇ ਰਾਜਾ। ਮਾਰੇ ਕਹਿੰਦੇ ਬਸ ਤੁਹਾਡੇ ਸਵਾਲ ਦਾ ਇਹੀ ਜਵਾਬ ਹੈ ਵੀ ਤੁਸੀਂ ਤਾਂ ਵਿਤਕਰਾ ਰੱਖਿਆ, ਅਸੀਂ ਏਕਾ ਮੂਹਰੇ ਲਾ ਕੇ ਅਦਵੈਤ ਦਾ ਬੋਧ ਬਣਾ ਦਿੱਤਾ ਕਿ ਸਾਡੇ ਮਤ ਦੇ ਵਿੱਚ ਨਰ ਮਨੁੱਖਾਂ ਨੂੰ ਏਕ ਨਿਧਾਨਾ। ਕਲਮ ਹੈ ਅੰਮ੍ਰਿਤ ਏਕ ਹੈ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਤੇ ਮਨੁੱਖ ਆਮ ਕਰਕੇ ਭਾਵੇਂ ਬੰਦੇ ਨੂੰ ਕਹਿੰਦੇ ਜਿਹੜਾ ਪੋਲਾ ਪਾਠ ਹੈ ਮਨੁੱਖਾ, ਇਹ ਇਸਤਰੀਵਾਚਕ ਸ਼ਬਦ ਹੈ। ਮਨੁੱਖ ਕੱਸ ਕੇ ਬੋਲੋਗੇ ਪੁਰਸ਼ਵਾਚਕ ਬਣ ਗਏ। ਥੋੜੇ ਭੇਦ ਦੇ ਨਾਲ ਹੀ ਨਾ ਤੇ ਉਹ ਫਰਕ ਪੈ ਜਾਂਦਾ। ਨਰ ਦਾ ਪੁਰਸ਼ ਆ ਗਿਆ, ਜਿਹੜੀ ਇਸਤਰੀ ਪੁਰਸ਼ਾਂ ਨੂੰ ਇੱਕੋ ਜਿਹੀ ਰੱਖਿਆ। ਮਾਰੇ ਕਹਿੰਦੇ ਅਸੀਂ ਤੁਹਾਡੇ ਵੇਦ ਦੇ ਵਿੱਚ ਤਾਂ ਐਸਾ ਹੈ ਕਿ ਸਾਡੇ ਤਾਂ ਜੇ ਪੁਰਸ਼ ਪੜ੍ਹਨਗੇ ਬਾਣੀ ਤਾਂ ਬੀਬੀਆਂ ਵੀ ਪੜ੍ਹਨਗੇ। ਇਸ ਕਰਕੇ ਬਹੁਤ ਸਾਰੇ ਮੰਦਰ ਐਸੇ ਸਾਧ ਸੰਗਤ ਬੜੀ ਹੈਰਾਨੀ ਹੁੰਦੀ ਹੈ ਅੱਜ ਦੇ ਯੁੱਗ ਦੇ ਵਿੱਚ ਵੀ। ਤੇ ਐਸਾ ਬਹੁਤ ਸਾਰੇ ਥਾਂ ਐਸੇ ਜਿੱਥੇ ਔਰਤ ਨੂੰ ਮੰਦਰ 'ਚ ਵੜਨ ਦੀ ਆਗਿਆ ਹੈ, ਵੜ ਨਹੀਂ ਸਕਦੀ। ਤੇ ਬੀਬੀਆਂ ਨੇ ਸੋਚਿਆ ਵੀ ਚਲੋ ਇਹ ਸਾਨੂੰ ਵੜਨ ਤਾਂ ਦਿੰਦੇ ਨਹੀਂ, ਵੀ ਇਹਨਾਂ ਦਾ ਮੁਕਾਬਲਾ ਤਾਂ ਕਰੀਏ ਕੁਛ। ਇਹਨਾਂ ਨੇ ਇੱਕ ਦੇਵੀ ਦੇ ਨਾਂ ਦਾ ਮੰਦਰ ਬਣਾ ਲਿਆ, ਉੱਥੇ ਲਿਖ ਕੇ ਲਾਤਾ ਵੀ ਇਹਦੇ ਕੋਈ ਬੰਦਾ ਨਾ ਵੜੇ। ਇਹ ਮੌਜੂਦ ਨੇ ਇਹ ਗੱਲਾਂ, ਉੱਥੇ ਬੰਦਾ ਨਹੀਂ ਵੜ ਸਕਦਾ। ਗੁਰੂ ਨਾਨਕ ਦੇ ਘਰ ਦੇ ਵਿੱਚ ਇਸਤਰੀ ਆਵੇ ਪੁਰਸ਼ ਆਵੇ ਤੇ ਕੋਈ ਰੁਕਾਵਟ ਹੈ ਤੇ ਮੁਸਲਮਾਨ ਆ ਜਾਵੇ ਭਾਵੇਂ। ਮੰਦਰ 'ਚ ਮੁਸਲਮਾਨ ਨਹੀਂ ਜਾ ਸਕਦਾ, ਮਸਜਿਦ ਦੇ ਵਿੱਚ ਹਿੰਦੂ ਨਹੀਂ ਜਾ ਸਕਦਾ। ਤਿਲਕ ਲਾ ਕੇ ਟਿੱਕਾ ਬੰਦੇ ਉੱਤੇ ਵੜ ਕੇ ਲਗਾ ਦੇ, ਕਹਿਣਗੇ ਕਾਫਰ ਆ ਗਿਆ ਤਾਂ ਬੋਲੋ ਇਹਨੂੰ। ਕਹਿੰਦੇ ਇਸ ਕਰਕੇ ਅਸੀਂ ਏਕਾ ਲਾਇਆ। ਇਸ ਕਰਕੇ ਓਮਕਾਰ ਦੇ 72 ਅਰਥ ਨੇ। अकार उकार मुकार गुण अर्थ बिंद पहचान चारों को समुदाय जो ओंकार पहचान। ਇਹਦੇ ਕਲਕਲੀ ਮਾਤਰਾ ਦੇ ਵਿੱਚ ਜਿਹੜੀਆਂ ਡੰਡੀਆਂ ਲੱਗੀਆਂ ਤਿੰਨ, ਉਹਨਾਂ ਦੇ ਵਿੱਚ ਤਿੰਨ ਅਰਥ ਪਏ ਹੈ। ਜਿਹੜਾ ਉਹਦੇ ਦਾ ਮੂੰਹ ਖੋਲ੍ਹਿਆ ਇਹ ਜੀ ਕਰ ਦਿੱਤਾ। ਸੋ ਆਪਾਂ ਨੇ ਜੇ ਪੂਰਾ ਕਰੀਏ
ਉਹ ਇੱਕ ਅਦਵੈਤ ਸਰੂਪ ਓਮਕਾਰ ਸਰਬ ਕਾ ਪ੍ਰਕਾਸ਼ ਸਤਨਾਥ ਹੋ ਰਹਿ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਹੈ। ਤੋ ਅੱਗੇ ਨੂੰ ਵਿਚਾਰਨ ਕਰਦੇ ਹਾਂ ਜੀ ਸਲੋਕ ਮਹਾਰਾਜ ਸਾਹਿਬ ਜੀ ਸਲੋਕ ਉਚਾਰਦੇ ਆ ਵਾਰਦਾ ਆਦ ਪੂਰਨ ਮਦ ਪੂਰਨ ਕਹਿੰਦੇ ਹੈ ਬ੍ਰਾਹਮਣ ਵਿਜੇ ਰਾਮ ਤੂੰ ਜਿਹੜਾ ਕਹਿੰਦਾ ਵੀ ਜਿਹੜਾ ਅਸੀਂ ਇਹ ਧਰਮ ਦਾ ਬੜਾ ਸ਼੍ਰੋਮਣ ਅਕਾਲ ਗੁਰੂ ਬਾਣੀ ਦੇ ਵਿੱਚ ਭਰਪੂਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਦੇ ਆ। ਕਹਿੰਦੇ ਇਹਦੇ ਆਦਿ ਵਿੱਚ ਵੀ ਨਾਮ ਨਹੀਂ ਹੈ, ਨਾਮ ਹੀ ਪਰਿਪੂਰਨ ਹੈ ਵਾਹਿਗੁਰੂ ਆਦਿ ਸੱਚ ਜੁਗਾਦ ਸੱਚ ਜਾਂ ਇੱਕ ਓਮਕਾਰ ਸਤਿਨਾਮ ਮੂਲ ਕਹਿੰਦੇ ਆਦਿ। ਕਹਿੰਦੇ ਹੁਣ ਮੱਧ ਵਿੱਚ ਜਿੱਥੇ ਤੈਂ ਸਵਾਲ ਕੀਤਾ ਹੈ ਇਹਦੇ ਵਿੱਚ ਭਾਈ ਬਿਰਮੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ, ਇਹਦੇ ਵਿੱਚ ਵੀ ਨਾਮ ਦੀ ਗੱਲ ਕੀਤੀ ਹੈ। ਕਹਿੰਦੇ ਅੰਤ ਜਿਹੜੀ ਬਾਣੀ ਰਹਾਂਗੇ ਅੰਤ ਦੀ ਉਹਦੇ ਵਿੱਚ ਵੀ ਨਾਮ ਦੀ ਉਹ ਬ੍ਰਹਮ ਦੀ ਉਹ ਮਹਿਮਾ ਹੋਏ। ਅੰਤਲੀ ਬਾਣੀ ਕਿਹੜੀ ਹੈ? ਰਾਗਮਾਲਾ। ਜੇ ਕੋਈ ਰਾਗਮਾਲਾ ਦੇ ਤਾਂ ਜੀ ਰਾਗਾਂ ਦੀ ਗਿਣਤੀ ਹੈ, ਇਹ ਤਾਂ ਪ੍ਰਮਾਣ ਹੈ ਬਾਹਰ। ਜਿਹੜਾ ਸਿਧਾਂਤ ਜਪਜੀ ਸਾਹਿਬ ਦੇ ਵਿੱਚ ਹੈ ਗੂੜਾ ਬ੍ਰਹਮ ਗਿਆਨ ਦਾ ਉਹੀ ਰਾਗਮਾਲਾ ਚ ਹੈ, ਔਰ ਉਹੀ ਨਿਜਮਨ ਉੱਥੇ ਮਹੱਲਾ ਵੀ ਰਾਗਮਾਲਾ ਚ ਮਹੱਲਾ ਵੀ। ਤੇ ਉਹਦੀ ਕਦੇ ਕਥਾ ਸੁਣ ਕੇ ਦੇਖੋ ਕਿਸੇ ਵਿਦਵਾਨ ਤੋਂ ਰਾਗਮਾਲਾ ਦੇ ਅੰਤਰੀ ਅਰਥਾਂ ਦੀ ਕਥਾ ਸੁਣੀ, ਉਹਨੂੰ ਭਾਵੇਂ 2 ਦਿਨ ਲੱਗ ਜਾਣ, ਕਥਾ ਇੱਕ ਦਿਨ ਚ ਹੁੰਦੀ ਨਹੀਂ ਹੈ ਉਹ, ਤੇ ਉਹਦੇ ਪਤਾ ਲੱਗੂ ਵੀ ਰਾਗਮਾਲਾ ਚ ਬ੍ਰਹਮ ਗਿਆਨ ਕਿੰਨਾ ਹੈ। ਮਾਰੇ ਕਹਿੰਦੇ ਹੈ ਵਿਜੇ ਰਾਮ ਪੰਡਤ ਅਖੀਰ ਦੀ ਬਾਣੀ ਚ ਵੀ ਅਸੀਂ ਬ੍ਰਹਮ ਦਾ ਹੀ ਕਥਨ ਕਰਾਂਗੇ। ਆਦਿ ਪੂਰਨ ਮੱਧ ਪੂਰਨ ਹਾਂ ਜੀ ਅੰਤ ਪੂਰਨ ਬੋਲ ਅੰਤ ਪੂਰਨ ਪਰਮੇਸ਼ਵਰ ਹੈ। ਅੰਤ ਦੀ ਬਾਣੀ ਦੇ ਵਿੱਚ ਵੀ ਪਰਮੇਸ਼ਰ ਜਿਹੜਾ ਉਹਦੀ ਪਰਿਪੂਰਨ ਦੀ ਗੱਲ ਕਰਾਂਗੇ। ਇਹ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਕਹਿ ਰਹੇ ਹਨ ਸਿਮਰੰਤ ਸੰਤ ਸਰਬਤ ਰਮਣੰ। ਇਸ ਕਰਕੇ ਜਿਹੜਾ ਸਰਬੱਤਰ ਸਾਰਿਆਂ ਦੇ ਵਿੱਚ ਰਮਣੰ ਰਮਿਆ ਹੋਇਆ ਹੈ ਉਸ ਵਾਹਿਗੁਰੂ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਸ ਹੈ ਜਿਹੜਾ ਰਮਣ ਸਾਰੇ ਉਸੇ ਦਾ ਜਸ ਕੀਤਾ ਹੋਇਆ ਤੇ ਉਹਦਾ ਜਸ ਹੋਣ ਕਰਕੇ ਜਿਹੜੇ ਗੁਰਸਿੱਖ ਸੰਤ ਨੇ ਉਹ ਗੁਰਬਾਣੀ ਦੁਆਰਾ ਵਾਹਿਗੁਰੂ ਨੂੰ ਸਿਮਰੰਤ ਬਾਣੀ ਦੁਆਰਾ ਸਿਮਰਦੇ ਰਹਿੰਦੇ ਹਨ। ਨਾਨਕ ਆਦਨ ਆਸਨ ਜਗਦੀਸ਼ਵਰ ਹੈ। ਉਹ ਜਗ ਦਾ ਈਸ਼ਵਰ ਵਾਹਿਗੁਰੂ ਉਹਦਾ ਸਰੂਪ ਬਾਣੀ ਹੈ ਤੇ ਪਾਪਾਂ ਦਾ ਨਾਸ਼ਕ ਨਾਮ ਹੈ। ਤੋ ਇਸ ਕਰਕੇ ਕਿਹਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਕੀਤੀ ਹੈ। ਤੇ ਦੂਸਰਾ ਜਿਹੜਾ ਪਰਮਾਤਮਾ ਦੀ ਮਹਿਮਾ ਕੀਤੀ ਹੈ ਕਿ ਆਦਿ ਪੂਰਨ ਹੈ ਬੋਲਦੇ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਆਦਿ ਕੀ ਹੈ? ਸੰਸਾਰ ਦਾ ਭਾਈ ਆਦਿ ਹੈ। ਜੇ ਆਪਾਂ ਰੱਬ ਦਾ ਆਦਿ ਮੰਨ ਲਿਆ, ਜਿਹਦਾ ਆਦਿ ਮੰਨ ਲਈਏ ਉਹਦਾ ਤਾਂ ਅੰਤ ਆਪ ਹੀ ਮੰਨ ਲਿਆ। ਫਿਰ ਜਿਹਦਾ ਜਨਮ ਹੋਇਆ ਤਾਂ ਮਰੂਗਾ ਤਾਂ ਮਰੂਗਾ ਹੀ ਉਹ। ਰੱਬ ਜਨਮਿਆ ਨਹੀਂ ਇਸ ਕਰਕੇ ਰੱਬ ਨੇ ਨਹੀਂ ਮਰਨਾ, ਉਹ ਜਨਮ ਹੈ। ਆਦਿ ਕਿਸ ਦਾ? ਫਿਰ ਸੰਸਾਰ ਦਾ। ਅੰਤ ਵੀ ਸੰਸਾਰ ਦਾ ਹੀ ਹੋਣਾ। ਇਹ ਸੰਸਾਰ ਦੇ ਆਦਿ ਵਿੱਚ ਵੀ ਵਾਹਿਗੁਰੂ ਪਰਿਪੂਰਨ ਸੀ ਤੇ ਫਿਰ ਆਦਿ ਪੂਰਨ ਮੱਧ ਜਦੋਂ ਸੰਸਾਰ ਰਚਿਆ ਗਿਆ ਫਿਰ ਵੀ ਉਹ ਪਰਿਪੂਰਨ ਹੈ। ਜਦੋਂ ਸੰਸਾਰ ਜਿਹੜਾ ਖਤਮ ਹੋ ਜਾਏਗਾ ਉਸ ਵੇਲੇ ਵੀ ਉਹਦੀ ਪਰਿਪੂਰਨਤਾ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਇੱਕ ਰਸ ਹੈ। ਖੰਡਿਓ ਜੋ ਨਾ ਜਾਏ ਸੋ ਅਖੰਡ ਜੋ ਕੋ ਖਿਆਲ ਕੀਤਾ ਹੈ। ਐਸਾ ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਮਹਿਮਾ ਕੀਤੀ ਹੈ ਜੀ। ਸਿਮਰੰਤ ਸੰਤ ਸਰਬਤ ਰਮਣੰ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਜਿਹੜੇ ਸ਼ਾਂਤ ਆਤਮਾ ਹੈ, ਸ਼ਾਂਤ ਸਿਮਰਨ ਉਹਦਾ ਨਾਮ ਸਿਮਰਨ ਕਰਦੇ ਰਹਿੰਦੇ ਨੇ। ਜਿਹੜਾ ਸਾਰਿਆਂ ਦੇ ਵਿੱਚ ਰਮਣ ਕਰ ਰਿਹਾ ਹੈ, ਰਮਣ ਰਾਮ ਤੇ ਰਾਮ ਕਹਾਇਓ, ਸਾਰੇ ਰਮਿਆ ਹੋਇਆ ਹੋਣ ਕਰਕੇ ਉਹਦਾ ਨਾਮ ਰਾਮ ਹੈ। ਐਸਾ ਵਾਹਿਗੁਰੂ ਹੈ। ਨਾਨਕ ਅਗਨ ਆਸਨ ਜਗਦੀਸ਼ਵਰ ਹੈ। ਮਹਾਰਾਜ ਸਾਹਿਬ ਕਹਿੰਦੇ ਅਗ ਪਾਪਾਂ ਦਾ ਨਾਸ਼ਕ ਉਹ ਜਗਤ ਦਾ ਈਸ਼ਵਰ ਵਾਹਿਗੁਰੂ ਹੈ। ਉਹ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਵੀ ਪਾਪ ਦਾਹਕ ਹੈ। ਜਿਹੜੀ ਗੁਰਬਾਣੀ ਹੈ ਜਾਂ ਨਾਮ ਹੈ ਇਹਦੇ ਵਿੱਚ ਸਾਧ ਸਮਝੇ ਜਿਹੜੀਆਂ ਅੱਗ ਦੇ ਵਿੱਚ ਸ਼ਕਤੀਆਂ ਨੇ ਤੇ ਉਹਦਾ ਪ੍ਰਮਾਣ ਨਾਲ ਸਮਝ ਆ ਜਾਊਗਾ। ਅੱਗ ਦੇ ਵਿੱਚ ਜਿਹੜੀ ਸ਼ਕਤੀ ਹੈ ਇੱਕ ਤਾਂ ਦਾਹਕ ਸ਼ਕਤੀ, ਇਹ ਅੱਗ ਦੀ ਸ਼ਕਤੀ ਦਾ ਨਾਮ ਹੈ ਦਾਹਕ।
ਦਾਗ ਦਾ ਮਤਲਬ ਕੀ ਹੈ? ਦਗਦ ਕਰਨ ਵਾਲੀ, ਜਿਹੜੀ ਚੀਜ਼ ਉਹਦੇ ਪੈ ਜਾ ਸੁਆਹ ਕਰ ਦਿੰਦੀ ਹੈ ਉਹਨੂੰ ਫੂਕ। ਇਹ ਉਹਦੀ ਸ਼ਕਤੀ ਹੈ। ਇਹ ਦੂਸਰੀ ਸ਼ਕਤੀ ਉਹਦੇ ਚ ਹੈ ਪ੍ਰਕਾਸ਼ ਸ਼ਕਤੀ। ਦਾਹਕ ਦੇ ਨਾਲ ਜੇ ਹਨੇਰੇ ਚੱਕ ਵਲਦੀ ਹੋਵੇ ਭਾਈ, ਚਾਨਣਾ ਹੋ ਜਾਂਦਾ ਹੈ। ਇਹ ਉਹਦੀ ਦੂਜੀ ਸ਼ਕਤੀ ਆ ਗਈ, ਪ੍ਰਕਾਸ਼ ਸ਼ਕਤੀ। ਤੇ ਤੀਸਰੀ ਸ਼ਕਤੀ ਉਹਦੀ ਹੈ ਵੀ ਉਹਦੇ ਚ ਨਿੱਘ ਹੈ। ਸਰਦੀ ਦਾ ਮੌਸਮ ਹੋਵੇ, ਅਗਨ ਸੀਤ ਕਾ ਲਾਹਾ ਸੰਦੂਖ। ਤੇ ਜੇ ਅੱਗ ਪਾਲੇ ਦਾ ਦੁੱਖ ਨਾ ਲਾਉਂਦੀ ਹੁੰਦੀ ਤਾਂ ਜਦੋਂ ਸਰਦੀ ਪੈਂਦੀ ਹੈ, ਕੋਰਾ ਪੈਂਦਾ ਹੈ, ਬਰਫ਼ ਜਾਂਦੀ ਹੈ, ਤੁਸੀਂ ਹੀਟਰ ਕਾਹਦੇ ਲੱਗਦੇ ਹੋ? ਫਿਰ ਤਾਂ ਹੀ ਲਾਉਂਦੇ ਹੋ ਨਾ ਵੀ ਨਿੱਘਾ ਹੋ ਜਾ। ਉਹਦੀ ਨਿੱਘ ਵੀ ਹੈ। ਜਿਹੜੀਆਂ ਤਿੰਨ ਸ਼ਕਤੀਆਂ ਅੱਗ ਦੇ ਵਿੱਚ ਨੇ, ਉਹੀ ਬਾਣੀ ਹੈ। ਪਾਪਾਂ ਨੂੰ ਫੂਕਣ ਵਾਸਤੇ ਤਾਂ ਦਾਹਕ ਸ਼ਕਤੀ ਹੈ। ਪਾਪ ਨਾਸ ਹੁੰਦੇ ਨੇ ਜਿਹੜਾ ਬਾਣੀ ਪੜ੍ਹਦਾ ਹੈ। ਪ੍ਰਕਾਸ਼ ਸ਼ਕਤੀ ਹੈ, ਜਿਹੜਾ ਗੁਰਬਾਣੀ ਦੇ ਅਰਥਾਂ ਦੇ ਵਿਚਾਰ ਕਰਦਾ ਹੈ। ਉਹ ਗਿਆਨ ਦੀ ਸ਼ਕਤੀ ਹੈ, ਗਿਆਨ ਪੈਦਾ ਹੋ ਜਾਂਦਾ ਹੈ। ਤੀਸਰਾ ਇਹਦੇ ਵਿੱਚ ਨਿੱਘ ਦੀ ਸ਼ਕਤੀ ਕਿਹੜੀ ਹੈ? ਜਿਹੜੀ ਸ਼ਾਂਤੀ ਮਿਲਦੀ ਹੈ ਬਾਣੀ ਪੜ੍ਹ ਕੇ। ਪਰ ਸੋ ਕਿਉਂ ਹੈ ਸਾਧ ਜੀ? ਤੇ ਉਹ ਭਾਈ ਸਾਹਿਬ ਜਦੋਂ ਹੁਕਮਨਾਮਾ ਲੈਣ ਲੱਗੇ, ਤੇ ਜਿਹੜੇ ਉਹ ਮਸ਼ੀਨ ਦੇ ਵਿੱਚ ਕਰਦੇ, ਉਹ ਹੱਸ ਵੀ ਉਹੀ ਹੁਕਮਨਾਮਾ ਕਈ ਵਾਰ ਆ ਗਿਆ ਵੀ ਅਰਥਾ ਹੋਈ ਨਹੀਂ ਪਾਈ। ਅਰਥ ਤਾਂ ਮਹਾਰਾਜ ਦੇ ਦੇਣ ਤੇ ਜਿਹੜੇ ਦੇਈ ਜਾਊਗੇ, ਪਹਿਲਾਂ ਤਾਂ ਨਹੀਂ ਹੋਏ ਜਿਹੜੇ ਹੁਣ ਸੁਣਦੇ। ਇਹ ਤਾਂ ਹੁਣ ਮਹਾਰਾਜ ਦੇ ਦੇਣ ਤੇ ਆ। ਗੁਰਬਾਣੀ ਦੇ ਅਰਥ ਕਿਹੜਾ ਕਰ ਲੂਗਾ? ਗੁਰਬਾਣੀ ਤਾਂ ਅਨੁਭਵ ਰੂਪ ਹੈ, ਜਿੰਨਾ ਕੁ ਅਨੁਭਵ ਪ੍ਰਕਾਸ਼, ਜਿੰਨਾ ਕੁ ਮਹਾਰਾਜ ਦੇ ਗਿਆਨ ਦੇ ਜਾਊਗਾ ਉਹਦੇ ਅਨੁਸਾਰ। ਸੋ ਇਸ ਕਰਕੇ ਐਸਾ ਜਿਹੜਾ ਹੈ, ਇਹ ਸ਼ਕਤੀਆਂ ਨਾਮ ਦੀਆਂ ਔਰ ਬਾਣੀ। ਹਾਂਜੀ, ਅੱਗੇ ਦੇਖਣ ਸੁਣਨ ਸੁਣਾਵਨ। ਤੇ ਦੇਖਣ ਸੁਣਨ ਸੁਣਾਵਨ। ਦੇਖਣ ਤੋਂ ਭਾਵ, ਦੇਖਣ ਸ਼ਬਦ ਦਾ ਮਤਲਬ ਹੈ ਦੇਖਣਾ। ਸੁਣਨ ਤੋਂ ਭਾਵ ਕੰਨਾਂ ਦੁਆਰਾ ਸੁਣਨਾ। ਸੁਣਾਵਨੋ ਰਸਨਾ ਦੁਆਰਾ ਸੁਣਾਵਨਾ। ਇਹਦੇ ਵਿੱਚ ਸਰਵਣੀ ਸੁਣੀ ਹੈ, ਰਸਨਾ ਗਾਈ ਹੈ, ਹਿਰਦੇ ਤੇ ਆਈ ਹੈ ਸੁਣੀ। ਰਾਮ ਨਾਮ ਉਰ ਮੈਂ ਗਇਓ ਜਾ ਕੇ ਸੁਣੇ। ਜੇਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਇਹ ਸਾਰੇ ਬਣ ਕੇ ਸਾਰੇ ਥਾਂ ਮਿਲ ਰਹੀ ਹੈ ਤੁਹਾਨੂੰ। ਕਹੋ ਨਾਨਕ ਸੁਣ ਰੇ ਬਰਾ ਬਰੈਨ ਜਾਉ ਕੇ ਤਾਂ। ਹੁਣ ਤਾਂ ਇਹੀ ਗੱਲ ਜਮਾਂ ਦੇ ਧਾਮ ਨੂੰ ਜਾਣਾ ਹੋਵੇ ਤੇ ਵੈਰਾਗ ਵਿਵੇਕ ਦੇ ਨੇਤਰਾਂ ਦੁਆਰਾ ਵੇਖਣਾ। ਨਿਸ਼ਚਾ ਵਿਚਾਰ ਦੇ ਕੰਨਾਂ ਨਾਲ ਸੁਣਨਾ। ਉਹ ਤਾਂ ਪਸ਼ੂ ਵੀ ਸੁਣੀ ਜਾਂਦੇ ਨੇ, ਫਿਰ ਸੁਣਨ 'ਚ ਤਾਂ ਬਹੁਤ ਫਰਕ ਹੈ। ਇੱਕ ਨਿਸ਼ਚੇ ਨਾਲ ਵਿਚਾਰ ਨਾਲ ਸੁਣਨਾ, ਤੇ ਇੱਕ ਉਸ ਤਰ੍ਹਾਂ ਹੀ ਸੁਣ ਜਾਣਾ ਜੋ ਬਾਸ ਵਜਾਈ ਆ ਫੂਕ। ਤੇ ਇੱਕ ਅਹਿਸਾਸ ਜੀ ਇਹਨਾਂ ਨੇਤਰਾਂ ਦੁਆਰਾ ਦੇਖਣਾ। ਇਹ ਤਾਂ ਬਹੁਤ ਮਾੜਾ ਵੀ ਦੇਖ ਲੈਣਗੇ ਨੇਤਰ, ਪਰ ਵੈਰਾਗ ਵਿਵੇਕ ਮਾੜਾ ਨਹੀਂ ਦੇਖ ਸਕਦੇ। ਵੈਰਾਗ ਵਿਵੇਕ ਦੇ ਨੇਤਰਾਂ ਦੁਆਰਾ ਵੇਖਣਾ, ਨਿਸ਼ਚਾ ਵਿਚਾਰ ਦੇ ਕੰਨਾਂ ਨਾਲ ਸੁਣਨਾ, ਪ੍ਰੀਤੀ ਰੂਪੀ ਜੀਵ ਦੇ ਨਾਲ ਸੁਣਾਵਣ। ਐਸਾ ਕਥਨ ਕੀਤਾ ਹੈ। ਮਨ ਮੈਂ ਦਰੜੀਏ ਸਾਚ। ਮਨ ਦੇ ਵਿੱਚ ਬ੍ਰਹਮ ਦਾ ਨਿਸ਼ਠਾ ਕਰਨਾ। ਇਸ ਕਰਕੇ ਹੈ ਹਸਤੋ ਪਵਿੱਤਰੰ ਜਦੀ ਦਾਨ ਪੁੰਨਿਅਮ, ਪਾਦੋ ਪਵਿੱਤਰੰ ਜਦੀ ਹੀ ਤੀਰਥ ਯਾਤਰਾ, ਮੁਖਯੰ ਪਵਿੱਤਰੰ ਜਦੀ ਰਾਮ ਨਾਮੰ, ਹਿਰਦਿਅੰ ਪਵਿੱਤਰੰ ਜਦੀ ਹੀ ਬ੍ਰਹਮ ਨਿਸ਼ਠਾ। ਇਹ ਹੈ ਕਿ ਮਨ ਦੇ ਵਿੱਚ ਉਹ ਸੱਚੇ ਬ੍ਰਹਮਣ ਨੂੰ, ਬ੍ਰਹਮ ਜੋ ਹੈ ਪਰਮੇਸ਼ਰ ਵਾਹਿਗੁਰੂ, ਉਸ ਬ੍ਰਹਮ ਨੂੰ ਨਿਸ਼ਚੈ ਕਰਨਾ ਕਿ ਸਦੀਵ ਰਹਿਣ ਵਾਲਾ ਪਰਮੇਸ਼ਰ ਹੈ, ਉਹਦੇ ਨਾਲ ਜੁੜਨਾ। ਪੂਰ ਰਹਿਓ ਸਰਬੱਤਰ ਮੈਂ ਹੈ। ਸਰਬੱਤਰ ਸਾਰਿਆਂ ਦੇ ਵਿੱਚ ਉਹ ਪਰਿਪੂਰਨ ਹੈ, ਤੇ ਉਹ ਪਰਮੇਸ਼ਰ ਕੋਈ ਐਸਾ ਨਹੀਂ ਜਿੱਥੇ ਉਹ ਨਹੀਂ ਹੈ। ਵਾਹਿਗੁਰੂ ਦੀ ਵਿਆਪਕਤਾ ਦਾ ਦ੍ਰਿਸ਼ਟਾਂਤ ਵਿਦਾਂਤ ਵਿੱਚ, ਗ੍ਰੰਥਾਂ 'ਚ, वेदां शास्त्रां च, गुरबाणी विच इक्को ही ढुकमा वो की है। कहते बई देखो आकाश जिहड़ा सारी जगह है, धरती का किते है किते नहीं भी है, पर आकाश तो सारी जगह। पानी किते है किते नहीं है, अग किते है किते नहीं है, हवा भी किते है किते नहीं है। ऊपर एक जगह ही है जिसे हवा नहीं है, पर आकाश नहीं है ऐसा कह सकते भी कितने सारी जगह। तो इस करके आकाश की भी व्यापक है, पर एक फर्क है भी आकाश तो मुगड़ी है, वो तिना गुणों से परे है। आकाश जड़ है, वो चेतन, ये फर्क जरूर है।
ਇਹ ਵਿਆਪਕ ਇਸ ਤਰ੍ਹਾਂ ਹੈ ਕਿ ਕੋਈ ਦਸਤਾਨ ਦਾ ਇੱਕ ਪੱਖ ਹੀ ਲੱਗਦਾ ਹੁੰਦਾ ਹੈ, ਸਾਰੀ ਜਗ੍ਹਾ ਉਹ ਪਰਿਪੂਰਨ ਹੈ, ਸਰਵਤਰ ਵਿੱਚ, ਸਾਰਿਆਂ ਵਿੱਚ। ਨਾਨਕ ਹਰ ਰੰਗ ਰਾਜ, ਉਸ ਹਰੀ ਪਰਮੇਸ਼ਰ ਦੇ ਰੰਗ ਆਨੰਦ ਦੇ ਵਿੱਚ ਰਚਨਾ ਕਰ ਰਚਿਆ। ਰੰਗ ਨਾਮ ਪ੍ਰੇਮ ਦਾ, ਉਹਦੇ ਪ੍ਰੇਮ ਵਿੱਚ ਰਚਿਆ, ਸੰਸਾਰ ਦੇ ਪ੍ਰੇਮ ਛੱਡ ਦੇ। ਭਗਵਾਨ ਕ੍ਰਿਸ਼ਨ ਨੂੰ ਪੁੱਛਿਆ ਸੀ ਅਰਜਨ ਨੇ ਜੀ ਹਰੀ ਸ਼ਬਦ ਜਿਹੜਾ ਹੈ ਇਹਦੇ ਅਰਥ ਕੀ ਨੇ? ਉਹ ਗੀਤਾ 'ਚ ਪੜ੍ਹ ਕੇ ਦੇਖੋ ਫਿਰ ਉੱਤਰ ਕੀ ਦਿੱਤਾ ਸੀ। ਕਹਿੰਦੇ ਹਰੀ ਹਰਤੀ ਪਾਪਾ ਨਹੀਂ ਦੁਸ਼ਚਿਤਰ ਪਿਛਮਰਤਾ। कहते हरि शब्द का अर्थ है जो पापा को हर ले। कहते जी किसके पापा को? कहते अग्नि को फूक दिया, कहते जिहदे जी लग जाए, कहते बस नाम जिहड़ा भी जगो ਉਹਦੇ पाप सर दे। इस करके ਉਹਨੂੰ हरि किया। ਉਹਦੇ रंग ਵਿੱਚ प्रेम ਵਿੱਚ रचना कर। पौड़ी ਅੱਗੇ पौड़ी कथन ਕਰਦੇ ਹਾਂ ਜੀ। हर एक निरंजन गाई है, ਮਲ ਮਾਇਆ ਤੋਂ ਰਹਿਤ, ਨਿਰਨਾਮ ਰਹਿਤ ਦਾ, ਅੰਜਨ ਨਾਮ ਸੁਰਮੇ ਦਾ, ਸੁਰਮੇ ਤੋਂ ਲੈਣੀ ਕਾਲ। माया काल स्वरूप है, वो निरंजन के शुद्ध स्वरूप है, एक अखंड स्वरूप हरि वाहिगुरु ਉਹਨੂੰ ਗਾਈਏ। सब अंतर सोई, ਸਾਰਿਆਂ ਦੇ ਹਿਰਦੇ ਦੇ ਵਿੱਚ ਵੀ ਹੋਈ ਹੈ। ਤੂੰ ਹਿਰਦੇ ਕੋਲ ਬਸਿਆ ਦਿਨ ਰਾਤੇ, ਤੇਰਾ ਭਾਵ ਨਾ ਪੁੱਛੇ ਗੁਬਾਰੇ, ਉਹ ਹਿਰਦੇ ਦੇ ਵਿੱਚ ਹੈ। ਕਰਮ ਕਾਲ ਸਮਰੱਥ ਪ੍ਰਭ, ਉਹ ਸੰਸਾਰ ਦਾ ਕਾਰਨ ਰੂਪ ਵੀ ਆਪ ਹੈ, ਕਾਰਜ ਰੂਪ ਵੀ ਆਪ ਹੈ, ਤੇ ਉਹ ਨਿਮਿਤ ਕਾਰਨ ਵੀ ਆਪ ਹੈ, ਉਪਾਦਾਨ ਕਾਰਨ ਵੀ ਆਪ ਹੀ ਹੈ। ਜੋ ਕਰੇ ਸੋ ਹੋਈ, ਜੋ ਕਰਦਾ ਹੈ ਉਹੀ ਕੁਛ ਹੁੰਦਾ ਹੈ। ਪਿੱਛੇ ਜੋ ਕਰਦਾ ਸੀ ਹੋਇਆ, ਹੁਣ ਜੋ ਕਰਦਾ ਹੋ ਰਿਹਾ, ਅੱਗੇ ਵੀ ਜੋ ਕਰੇਗਾ ਭਾਈ ਹੋਏਗਾ। ਤਾਂ ਇਸ ਕਰਕੇ ਦੇ ਹੁਕਮ ਦੇ ਵਿੱਚ ਹੁਕਮੇ ਅੰਦਰ ਸਭ ਕੋ ਬਾਹਰ ਕੋਨਾ ਕੋਏ। ਖਿੰਦ ਮਹਿ ਤਾਪ ਤਾਪਦਾ, ਇੱਕ ਖਿੰਦ ਦੇ ਵਿੱਚ ਸੰਸਾਰ ਨੂੰ ਸਥਾਪਨ ਕਰ ਦਿੰਦਾ ਹੈ, ਇੱਕ ਖਿੰਦ ਦੇ ਵੀ ਉਥਾਪਦਾ, ਸੰਸਾਰ ਦੀ ਲੈਤਾ ਕਰ ਦਿੰਦਾ ਹੈ। ਇੱਕ ਖਿੰਦ ਦੇ ਵਿੱਚ ਜਿਹੜੇ ਕਾਮ ਕਰੋ ਆਦ ਇਹਨਾਂ ਦੀ ਸਥਾਪਨਾ ਸਰੀਰ ਦੇ ਨਾਲ ਹੀ ਕਰ ਦਿੰਦਾ ਹੈ ਜਦੋਂ ਸਰੀਰ ਬਣਦਾ ਹੈ। ਇੱਕ ਸੰਚੇ ਕੀਤੀ ਹੈ ਉਸਨੇ, ਇੱਕ ਛਿੰਦ ਦੇ ਵਿੱਚ ਹੀ ਗੁਰੂ ਦੁਆਰਾ ਬ੍ਰਹਮ ਗਿਆਨ ਦੇ ਕੇ ਉਹ ਥਾਪਦਾ ਹੈ। ਇਸ ਤਰ੍ਹਾਂ ਅਗਿਆਨ ਤੇ ਲਾਓ ਹੋਰ ਕਿੰਨੀਆਂ ਚੀਜ਼ਾਂ ਤੇ ਲੱਗ ਜਾਂਦਾ ਹੈ, ਤੇ ਇਹ ਪਰਮੇਸ਼ਰ ਵਾਹਿਗੁਰੂ ਦੀ ਛਿੰਦ ਵਿੱਚ ਹੀ ਗਿਆਨ ਕਰਾ ਦਿੰਦਾ ਹੈ। ਅਗਿਆਨ ਜਿਹੜਾ ਥਾਪਿਆ ਹੋਇਆ ਸੀ, ਅਗਿਆਨ ਵਿੱਚ ਉਹ ਸੰਸਾਰਾ ਉਹਨੂੰ ਥਾਪ ਦਿੰਦਾ, ਕੱਢ ਦਿੰਦਾ ਗਿਆਨ ਦੁਆਰਾ। ਇਸ ਬਿਨ ਨਹੀਂ ਕੋਈ, ਉਹ ਤੋਂ ਬਿਨਾਂ ਨਹੀਂ ਕੋਈ ਕਰ ਸਕਦਾ, ਇਹ ਵਾਹਿਗੁਰੂ ਕਰਦਾ ਹੈ। ਖੰਡ ਬ੍ਰਹਮੰਡ ਪਤਾਲ ਦੀਪ, 9 ਖੰਡ 7 ਦੀਪ ਪਤਾਲ ਆ ਜਿਹੜੇ 7, ਤੇ ਇਹ ਸਾਰੇ ਜਿੰਨੇ ਵੀ ਹੈ ਸਭ ਦੀਪ ਆਦ। ਰਵਿਆ ਸਭ ਲੋਈ, ਉਹ ਲੋਈ ਪ੍ਰਕਾਸ਼ ਨੂੰ ਸਾਰੇ ਮਿਲਿਆ ਹੋਇਆ ਹੈ। ਆਪ ਬੁਝਾਏ ਸੋ ਬੁਝਸੀ, ਜਿਹਨੂੰ ਆਪਣਾ ਸਰੂਪ ਜਣਾਉਣਾ ਚਾਹੇ ਉਹਨੂੰ ਜਣਾ ਦਿੰਦਾ। ਨਿਰਮਲ ਜਨ ਸੋਈ, ਤੇ ਉਹ ਫਿਰ ਜਨ ਸੇਵਕ ਨਿਰਮਲ ਸੁੱਧ ਸਰੂਪ ਵਾਹਿਗੁਰੂ ਦਾ ਸਰੂਪ ਹੋ ਜਾਂਦਾ ਹੈ। ਖੰਡ ਬ੍ਰਹਮੰਡ ਪਤਾਲ ਦੀਪ, ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਹੇ ਗੋਬਿੰਦ ਹੇ ਗੋਪਾਲ हे दयाल लाल, प्राणनाथ नाथ सखे दीन दर्द निवार, हे समर्थ अगम पूरन मोहि दया तार, अंधकूप महाभयान नानक पार उतार। आए प्रभु शरणागति कृपा निज दयाल, एक अखर हर मन वस नानक होत निहाल। वाहिगुरु नाम जहाज है चढ़े सो तरे पार, जो श्रद्धा कर सेव दे पार उतार नहाल, जो श्रद्धा कर सेव दे पार उतार नहाल। साध संगत जी, प्रचार करने वाले बेअंत न अपने कोल, रागी सिंह बेअंत न, पर यही जी भावना किते किते मैं देखदा ਜਾਂ ਤਾਂ ਜਗਾਦਰੀ ਵਾਲੀਆਂ ਬੀਬੀਆਂ ਜਿਹੜੀਆਂ ਕੀਰਤਨ ਕਰਦੀਆਂ ਤਿੰਨ ਕੁ ਦਿਨ ਆਪਣੇ ਕੋਲ, ਉੱਥੇ 100 ਸਾਲ ਦੀ ਦਾਸ ਕਥਾ ਕਰਦਾ ਸੀ, ਜਥਾ ਆਉਂਦਾ ਸੀ, ਜਾਂ ਤਾਂ ਉਹ ਆਪਣੇ ਟਾਈਮ ਤੋਂ ਪਹਿਲਾਂ ਆ ਕੇ ਕਥਾ ਸੁਣਿਆ ਕਰਦੇ ਸਾਰਾ ਜਥਾ, ਜਾਂ ਭਾਈ ਆ ਜਿਹੜੇ ਤਵੀਸ਼ਰ ਜਥਾ ਹੈ ਗੁਰਮੁਖ ਹਨ। ਮੈਂ ਇਹਨਾਂ ਨੂੰ ਦੇਖਦਾ ਰੋਜ਼ ਵੀ ਭਾਵਨਾ ਕਰਕੇ ਆਪਣੇ ਸਮੇਂ ਤੋਂ ਨਹੀਂ ਤਾਂ 5 ਮਿੰਟ ਨਹੀਂ, ਕਈ ਵਾਰੀ ਤਾਂ 2-3 ਮਿੰਟ ਰਹਿੰਦੇ ਆਉਂਦੇ ਆ, ਫਟਾਫਟ ਨੱਠੇ ਆਉਂਦੇ ਆ ਕਿ ਹੁਣ ਟਾਈਮ ਹੋ ਗਿਆ ਬਸ ਹੁਣ ਬੋਲਣਾ ਹੈ।
ਪਰ ਇਹਨਾਂ ਦੇ ਅੰਦਰ ਭਾਈ ਮਹਾਰਾਜ ਨੇ ਭਾਵਨਾ ਨੂੰ ਫੜ ਲਿਆ। ਗੁਰੂ ਕਿਰਪਾ ਕਰੇ ਇਹਨਾਂ ਦੇ ਕੋਲ ਸੁਣਨਾ ਗ੍ਰੰਥੀ ਸਿੰਘ ਜੀ ਆਪ ਜੀ ਨੂੰ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।